ਸ਼੍ਰੀ ਦੋਸਤੋ, ਸਵਾਗਤ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਉੱਪਰ ਡੈਲਜ ਲਰਨਿੰਗ ਪੁਆਇੰਟ 'ਤੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਿਹੜਾ ਪੇਪਰ ਸੋਲਵ ਕਰਾਂਗੇ ਉਹ ਹੈ ਮਾਸਟਰ ਕੈਡਰੇ ਦਾ ਸਿਵਿਕਸ ਦਾ ਪੇਪਰ, ਜਾਂ ਕਹਿ ਲਓ ਪੋਲੀਟੀਕਲ ਸਾਇੰਸ ਦਾ ਜਿਹੜਾ ਪੇਪਰ ਆ ਉਸ ਨੂੰ ਅਸੀਂ ਸੋਲਵ ਕਰਾਂਗੇ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾ ਕੁਐਸਚਨ ਇਹ ਹੈ ਕਿ ਵਿਚ ਸ਼ਡਿਊਲ ਇਨ ਦਾ ਇੰਡੀਅਨ ਕੌਨਸਟੀਟਿਊਸ਼ਨ ਇਜ਼ ਰਿਲੇਟਿਡ ਟੂ ਲੈਂਗੁਏਜਿਸ, ਕਿ ਲੈਂਗੁਏਜ ਦੇ ਨਾਲ ਰਿਲੇਟਿਡ ਜਿਹੜਾ ਕਿਹੜਾ ਸ਼ਡਿਊਲ ਹੈ ਇੰਡੀਅਨ ਕੌਨਸਟੀਟਿਊਸ਼ਨ ਦਾ। ਸੋ ਉਹਦਾ ਆਨਸਰ ਹੈ ਜਿਹੜਾ ਉਹ 8th ਜਿਹੜਾ ਸ਼ਡਿਊਲ ਹੈ ਉਹ ਲੈਂਗੁਏਜ ਨਾਲ ਰਿਲੇਟਿਡ ਹੈ। ਆਰਟੀਕਲ 51A ਸਟੈਂਡਸ ਫੋਰ, ਕਿ ਆਰਟੀਕਲ 51A ਕਿਹਦੇ ਲਈ ਸਟੈਂਡ ਕਰਦਾ। ਸੋ ਫੰਡਾਮੈਂਟਲ ਡਿਊਟੀਜ਼ ਲਈ ਸਟੈਂਡ ਕਰਦਾ ਹੈ। ਉਸ ਤੋਂ ਬਾਅਦ ਥਰਡ ਕੁਐਸਚਨ ਹੈ ਕਿ ਅੰਡਰ ਵਿਚ ਐਕਟ ਯੂਨਿਟੀ ਆਫ ਦਾ ਨੇਸ਼ਨ ਵਾਜ਼ ਇਨਕੋਰਪੋਰੇਟਿਡ ਇਨ ਦਾ ਇੰਡੀਅਨ ਕੌਨਸਟੀਟਿਊਸ਼ਨ। ਸੋ ਇਹਦਾ ਆਨਸਰ ਜਿਹੜਾ ਹੈ ਉਹ ਇਹ ਹੈ 42nd ਅਮੈਂਡਮੈਂਟ ਐਕਟ ਸੀ 1976 ਦਾ। ਯੂਨਿਟੀ ਆਫ ਦਾ ਨੇਸ਼ਨ ਜਿਹੜਾ ਉਹਦੇ ਵਿੱਚ ਇਨਕੋਰਪੋਰੇਟ ਕੀਤਾ ਗਿਆ ਸੀ। ਦਾ ਕੇਸ਼ਵ ਨੰਦਾ ਭਾਰਤੀ ਕੇਸ ਇਜ਼ ਐਸੋਸੀਏਟਿਡ ਵਿਦ, ਕਿ ਜਿਹੜਾ ਕੇਸ਼ਵ ਨੰਦਾ ਭਾਰਤੀ ਕੇਸ ਹੈ ਉਹ ਕਾਹਦੇ ਨਾਲ ਐਸੋਸੀਏਟਿਡ ਹੈ। ਸੋ ਇਹ ਬੇਸਿਕ ਸਟਰਕਚਰ ਆਫ ਦਾ ਇੰਡੀਅਨ ਕੌਨਸਟੀਟਿਊਸ਼ਨ ਉਹਦੇ ਨਾਲ ਜਿਹੜਾ ਰਿਲੇਟਿਡ ਹੈ ਇਹ। ਸੋ ਉਹਦਾ ਆਰਟੀਕਲ 14, ਕਿ ਜਿਹੜਾ ਆਰਟੀਕਲ 14 ਹੈ ਆਫ ਦਾ ਇੰਡੀਅਨ ਕੌਨਸਟੀਟਿਊਸ਼ਨ ਉਹ ਗਰੰਟੀਜ਼, ਉਹ ਕਾਹਦੀ ਗਰੰਟੀ ਕਰਦਾ ਹੈ। ਸੋ ਉਹਦਾ ਜਿਹੜਾ ਹੈ ਰਾਈਟ ਟੂ ਇਕੁਐਲਿਟੀ, ਜਿਹੜਾ ਰਾਈਟ ਟੂ ਇਕੁਐਲਿਟੀ ਆਰਟੀਕਲ 14 ਉਹਦੇ ਲਈ ਹੈ। ਦਾ ਮੰਡਲ ਕਮਿਸ਼ਨ ਫੋਕਸਡ ਔਨ, ਜਿਹੜਾ ਮੰਡਲ ਕਮਿਸ਼ਨ ਹੈ ਉਹ ਕਾਹਦੇ 'ਤੇ ਫੋਕਸ ਕਰਦਾ, ਉਹ ਹੈ ਬੈਕਵਰਡ ਕਲਾਸਿਸ ਦੇ ਲਈ। ਵਟ ਇਜ਼ ਦਾ ਕੰਡੀਸ਼ਨ ਆਫ ਲਾਅ, ਕਿ ਲਾਅ ਦੀ ਜਿਹੜੀ ਕੰਡੀਸ਼ਨ ਹੈ ਉਹ ਕੀ ਹੈ। ਲਾਅ ਦੀ ਜਿਹੜੀ ਕੰਡੀਸ਼ਨ ਹੈ ਉਹ ਕੀ ਹੈ, ਉਸਦਾ ਹੈ A ਅਤੇ B ਦੋਨੋਂ ਹੀ, ਡੈਫੀਨੇਟ ਵੀ ਅਤੇ ਓਬਜੈਕਟਿਵ ਵੀ। ਜਿਹੜੀ ਲਾਅ ਦੀ ਜਿਹੜੀ ਕੰਡੀਸ਼ਨ ਹੈ ਉਹ ਹੈ ਡੈਫੀਨੇਟ ਅਤੇ ਓਬਜੈਕਟਿਵ ਵੀ। ਸੋ ਨੈਕਸਟ ਕੁਐਸਚਨ ਅਸੀਂ ਦੇਖਦੇ ਹਾਂ। 8th ਕੁਐਸਚਨ ਹੈ ਉਹ ਹੈ ਕਿ ਹੂ ਪ੍ਰੈਫਰਜ਼ ਇਕੋਨੋਮਿਕ ਇਕੁਐਲਿਟੀ। ਸੋ ਉਹ ਹੈ ਮਾਰਕਸਵਾਦੀ ਜਿਹੜੇ ਉਹ ਆਰਥਿਕ ਸਮਾਨਤਾ ਨੂੰ ਜਿਹੜੇ ਤਰਜੀਹ ਦਿੰਦੇ ਹੈ, ਜਾਂ ਕਦੋਂ ਮਾਰਕਸਿਸਟ ਜਿਹੜੇ ਨੇ ਉਹ ਇਕਨੋਮਿਕ ਇਕੁਐਲਿਟੀ ਨੂੰ ਪ੍ਰੈਫਰ ਕਰਦੇ ਨੇ। ਵਿਚ ਲੈਂਗੁਏਜ ਇਜ਼ ਵਰਡ ਜਸਟਿਸ ਡਿਰਾਈਵਡ ਫਰੋਮ, ਕਿ ਜਸਟਿਸ ਜਿਹੜਾ ਵਰਡ ਆ ਉਹ ਕਿੱਥੋਂ ਡਿਰਾਈਵ ਹੋਇਆ ਹੈ। ਸੋ ਉਹਦਾ ਜਿਹੜਾ ਆਨਸਰ ਹੈ ਉਹ ਹੈ C, ਲੈਟਿਨ ਭਾਸ਼ਾ, ਜਿਹੜਾ ਲਾਤੀਨੀ ਭਾਸ਼ਾ ਤੋਂ ਜਿਹੜਾ ਹੈ ਜਸਟਿਸ ਵਰਡ ਜਿਹੜਾ ਹੈ ਉਹ ਬਣਿਆ ਹੈ। ਉਸ ਤੋਂ ਬਾਅਦ ਹੈ ਵਿਚ ਸਟੇਟ ਦਾ DMK ਪਾਰਟੀ ਬਿਲੋਂਗਸ ਟੂ, DMK ਪਾਰਟੀ ਕਿਹੜੀ ਸਟੇਟ ਨੂੰ ਜਿਹੜੀ ਹੈ ਉਹ ਬਿਲੋਂਗ ਕਰਦੀ ਹੈ। ਸੋ ਹੈ ਤਾਮਿਲਨਾਡੂ। ਤਾਮਿਲਨਾਡੂ ਨੂੰ ਜਿਹੜੀ DMK ਪਾਰਟੀ ਜਿਹੜੀ ਹੈ ਉਹ ਬਿਲੋਂਗ ਕਰਦੀ ਹੈ। ਉਸ ਦਾ ਨੈਕਸਟ ਕੁਐਸਚਨ ਹੈ ਵਟ ਡਜ਼ ਦਾ ਚਿਪਕੋ ਮੂਵਮੈਂਟ ਸਟੈਂਡ ਫੋਰ, ਕਿ ਚਿਪਕੋ ਮੂਵਮੈਂਟ ਜਿਹੜੀ ਹੈ ਉਹ ਚਿਪਕੋ ਅੰਦੋਲਨ ਜਿਹੜਾ ਹੈ ਉਹ ਕਿਹਦੇ ਨਾਲ ਰਿਲੇਟਿਡ ਹੈ। ਸੋ ਪ੍ਰੋਟੈਕਸ਼ਨ ਆਫ ਟਰੀਜ਼ ਐਂਡ ਫੋਰੈਸਟ, ਕਿ ਜਿਹੜਾ ਦਰਖਤਾਂ ਅਤੇ ਜੰਗਲਾਂ ਦੀ ਸੁਰੱਖਿਆ ਲਈ ਚਿਪਕੋ ਅੰਦੋਲਨ ਜਿਹੜਾ ਹੈ ਉਹ ਬਣਾਇਆ ਗਿਆ। ਵਿਚ ਪਾਰਟੀ ਸਿਸਟਮ ਇਜ਼ ਪ੍ਰੀਵੇਲੈਂਟ ਇਨ ਇੰਡੀਆ, ਕਿ ਕਿਹੜੀ ਪਾਰਟੀ ਹੈ। ਸੋ ਇਹ ਮਲਟੀ ਪਾਰਟੀ ਸਿਸਟਮ ਜਿਹੜਾ ਹੈ ਉਹ ਪ੍ਰੀਵੇਲੈਂਟ ਇਨ ਇੰਡੀਆ ਹੈ, ਮਤਲਬ ਕਿ ਉਹ ਕਿਹੜੀ ਪ੍ਰਣਾਲੀ ਜ਼ਿਆਦਾ ਪ੍ਰਚਲਿਤ। ਸੋ ਬਹੁ ਪਾਰਟੀ ਪ੍ਰਣਾਲੀ ਹੈ। ਹੂ ਰੇਜ਼ਡ ਦਾ ਸਲੋਗਨ ਗਰੀਬੀ ਹਟਾਓ, ਕਿ ਕਿਹਨੇ ਜਿਹੜਾ ਗਰੀਬੀ ਹਟਾਓ ਦਾ ਸਲੋਗਨ ਜਿਹੜਾ ਉਹ ਬਣਾਇਆ ਸੀ। ਸੋ ਉਹ ਹੈ ਇੰਦਰਾ ਗਾਂਧੀ। ਉਸ ਤੋਂ ਬਾਅਦ ਨੈਕਸਟ ਕੁਐਸਚਨ ਜਿਹੜਾ ਹੈ ਉਹ ਹੈ ਵਿਚ ਸਟੇਟ ਇਜ਼ ਐਟਰੀਬਿਊਟਿਡ ਟੂ ਦਾ ਫਰੇਜ਼ ਆਇਆ ਰਾਮ ਗਿਆ ਰਾਮ। ਸੋ ਉਕਤੀ ਆਇਆ ਰਾਮ ਗਿਆ ਰਾਮ ਨਾਲ ਕਿਹੜਾ ਰਾਜ ਜਿਹੜਾ ਉਹ ਸੰਬੰਧਿਤ ਹੈ। ਸੋ ਉਹ ਹੈ ਹਰਿਆਣਾ, ਆਇਆ ਰਾਮ ਗਿਆ ਰਾਮ। ਉਸ ਤੋਂ ਨੈਕਸਟ ਜਿਹੜਾ ਹੈ ਉਹ ਕੁਐਸਚਨ ਹੈ ਕਿ ਵਿਚ ਪਾਰਟੀ ਫੋਰਮਡ ਗਵਰਨਮੈਂਟ ਐਟ ਦਾ ਸੈਂਟਰ ਇਨ 1977, ਕਿ 1977 ਵਿੱਚ ਕੇਂਦਰ ਵਿੱਚ ਕਿਹੜੀ ਪਾਰਟੀ ਨੇ ਸਰਕਾਰ ਬਣਾਈ ਸੀ 1977 ਦੇ ਵਿੱਚ। ਸੋ ਇਸ ਦਾ ਜਿਹੜਾ ਆਨਸਰ ਹੈ ਉਹ ਜਨਤਾ ਪਾਰਟੀ, ਕਿ ਜਨਤਾ ਪਾਰਟੀ ਨੇ ਜਿਹੜੀ ਹੈ ਉਹ 1977 ਦੇ ਵਿੱਚ ਜਿਹੜੀ ਸਰਕਾਰ ਬਣਾਈ ਸੀ। ਹੂ ਇਜ਼ ਐਸੋਸੀਏਟਿਡ ਵਿਦ ਦਾ ਟੋਟਲ ਰੈਵੋਲਿਊਸ਼ਨ, ਕਿ ਕਿਹੜੀ ਜਿਹੜੀ ਚੀਜ਼ ਹੈ ਸਮੁੱਚੇ ਇਨਕਲਾਬਾਂ ਨਾਲ ਜਿਹੜਾ ਹੈ ਕੌਣ ਸੰਬੰਧਿਤ ਹੈ। ਸੋ ਇਹ ਜੈ ਪ੍ਰਕਾਸ਼ ਨਾਰਾਇਣ। ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜਾ ਜੈ ਪ੍ਰਕਾਸ਼ ਨਾਰਾਇਣ ਨੇ ਉਹ ਟੋਟਲ ਰੈਵੋਲਿਊਸ਼ਨ ਨਾਲ ਜਿਹੜੇ ਨੇ ਉਹ ਸੰਬੰਧਿਤ ਨੇ। ਸੋ ਨੈਕਸਟ ਕੁਐਸਚਨ ਉਹਦਾ ਹੈ ਕਿ ਮੈਂਸ਼ਨ ਦਾ ਪਰਸੈਂਟੇਜ ਆਫ ਵੋਟਸ ਦਾ BJP ਗੋਟ ਇਨ ਦਾ ਲੋਕ ਸਭਾ ਇਲੈਕਸ਼ਨ ਆਫ 2014, ਕਿ ਕਿੰਨੇ ਪਰਸੈਂਟ ਜਿਹੜੀ ਵੋਟ ਹੈ ਉਹ ਲੋਕ ਸਭਾ ਇਲੈਕਸ਼ਨ 'ਚ BJP ਨੂੰ ਮਿਲੀ ਸੀ। ਸੋ ਉਹਦਾ ਆਨਸਰ ਹੈ C, 31.5% ਜਿਹੜੀ ਹੈ ਉਹ ਵੋਟ ਮਿਲੀ ਹੈ। ਵੈਨ ਵਾਜ਼ ਪੰਜਾਬ ਰੀਓਰਗਨਾਈਜ਼ਡ ਔਨ ਦਾ ਬੇਸਿਸ ਆਫ ਲੈਂਗੁਏਜ, ਕਿ ਲੈਂਗੁਏਜ ਦੇ ਆਧਾਰ 'ਤੇ ਜਿਹੜਾ ਪੰਜਾਬ ਦਾ ਪੁਨਰਗਠਨ ਜਿਹੜਾ ਕਦੋਂ ਕੀਤਾ ਗਿਆ ਸੀਗਾ। ਸੋ ਉਸਦਾ ਉੱਤਰ ਹੈ 1966 ਦੇ ਵਿੱਚ। ਹਰਿਆਣਾ ਵੀ 1966 ਦੇ ਵਿੱਚ ਹੀ ਵੰਡਿਆ ਗਿਆ ਸੀਗਾ। ਸੋ ਉਦੋਂ ਹੈ। ਤਾਂ ਅਨੰਦਪੁਰ ਸਾਹਿਬ ਰੈਜ਼ੋਲਿਊਸ਼ਨ ਪੁੱਟਸ ਇੰਫੇਸਿਸ ਔਨ, ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਹੈ ਉਹ ਕਿਸ ਚੀਜ਼ 'ਤੇ ਜ਼ੋਰ ਦਿੰਦਾ ਹੈ। ਸੋ ਹੈ ਮੋਰ ਆਟੋਨੋਮੀ ਟੂ ਸਟੇਟ, ਰਾਜ ਨੂੰ ਜ਼ਿਆਦਾ ਸਵਾਧੀਨਤਾ ਦੇ ਉੱਪਰ ਜਿਹੜਾ ਅਨੰਦਪੁਰ ਸਾਹਿਬ ਰੈਜ਼ੋਲਿਊਸ਼ਨ ਇੰਫੇਸ ਕਰਦਾ ਹੈ। ਸਰ ਵਿਚ ਪਾਰਟੀ ਸੰਤ ਹਰਚੰਦ ਸਿੰਘ ਲੌਂਗੋਵਾਲ ਬਿਲੋਂਗਡ ਟੂ, ਕਿ ਕਿਹੜੀ ਪਾਰਟੀ ਹੈ ਜਿਹਨੂੰ ਹਰਚੰਦ ਸਿੰਘ ਲੌਂਗੋਵਾਲ ਬਿਲੋਂਗ ਕਰਦੇ ਨੇ। ਸੋ ਇਹਦਾ ਉੱਤਰ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ, ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈ ਉਹ
ਬਿਲੋਂਗ ਕਰਦੇ ਨੇ। ਵਿਚ ਪਾਰਟੀ ਲਾਂਚ ਦਾ ਧਰਮ ਯੁੱਧ ਮੋਰਚਾ। ਧਰਮ ਯੁੱਧ ਮੋਰਚਾ ਕਿਹੜੀ ਪਾਰਟੀ ਨੇ ਜਿਹੜਾ ਹੈ ਉਹ ਕੀਤਾ ਸੀਗਾ? ਸੋ ਇਹ ਸ਼੍ਰੋਮਣੀ ਅਕਾਲੀ ਦਲ ਧਰਮ ਯੁੱਧ ਮੋਰਚਾ ਲਾਇਆ ਸੀ। ਵਿਚ ਪਾਰਟੀ ਇਜ਼ ਨੋਟ ਇਨ ਦਾ ਪੰਜਾਬ? ਬਹੁਜਨ ਸਮਾਜ ਪਾਰਟੀ, ਪੀਪਲਸ ਪਾਰਟੀ ਆਫ ਪੰਜਾਬ, ਸ਼੍ਰੋਮਣੀ ਅਕਾਲੀ ਦਲ ਜਾਂ ਭਾਰਤੀ ਜਨਤਾ ਪਾਰਟੀ। ਸੋ ਇਹਦਾ ਉੱਤਰ ਜਿਹੜਾ ਹੈ ਪੀਪਲ ਪਾਰਟੀ ਆਫ ਪੰਜਾਬ ਜਿਹੜੀ ਹੈ ਉਹ ਇਜ਼ ਨੋਟ ਇਨ ਦਾ ਪੰਜਾਬ। ਠੀਕ ਹੈ ਜੀ। ਉਸ ਤੋਂ ਬਾਅਦ ਵਿਚ ਪਾਰਟੀ ਇਜ਼ ਨਿਊ ਇਨ ਪੰਜਾਬ ਪੋਲੀਟਿਕਸ? ਕਿ ਕਿਹੜੀ ਜਿਹੜੀ ਪਾਰਟੀ ਹੈ ਉਹ ਪੰਜਾਬ ਦੀ ਪੋਲੀਟਿਕਸ 'ਚ ਨਵੀਂ ਆਈ ਹੈ? ਸੋ ਇਹ ਆਮ ਆਦਮੀ ਪਾਰਟੀ ਪੂਰੇ ਇੰਡੀਆ ਦੇ ਵਿੱਚ ਜਿਹੜੀ ਨਵੀਂ ਆਈ ਹੈ। ਸੋ ਵਿਚ ਪਾਰਟੀ ਸੁੱਚਾ ਸਿੰਘ ਛੋਟੇਪੁਰ ਬਿਲੋਂਗਸ ਟੂ? ਕਿ ਸੁੱਚਾ ਸਿੰਘ ਛੋਟੇਪੁਰ ਜਿਹੜਾ ਹੈ ਉਹ ਕਿਸ ਪਾਰਟੀ ਨੂੰ ਜਿਹੜਾ ਉਹ ਬਿਲੋਂਗ ਕਰਦੇ ਨੇ? ਸੋ ਹੈ BSP। ਕਿ ਉਹ ਇੱਕ ਮਿੰਟ, ਕਿ ਜਿਹੜਾ ਹੈ ਆਪ ਸੁੱਚਾ ਸਿੰਘ ਛੋਟੇਪੁਰ ਜਿਹੜੇ ਨੇ ਉਹ ਆਪ ਨੂੰ ਬਿਲੋਂਗ ਕਰਦੇ ਨੇ। ਇਹ ਹੁਣ ਆਪ ਨੂੰ ਛੱਡ ਚੁੱਕੇ ਨੇ। ਸੋ ਇਹ ਕੁਐਸਚਨ ਜਿਹੜਾ ਪੁਰਾਣਾ ਹੈ, ਇਸ ਕਰਕੇ ਥੋੜ੍ਹੀ ਕਨਫਿਊਜ਼ਨ ਹੋ ਗਈ ਕਿ ਹੁਣ ਜਿਹੜਾ ਕੀ ਦਈਏ, ਕਿਉਂਕਿ ਬਾਅਦ ਵਿੱਚ ਉਹ BSP ਦੇ ਵਿੱਚ ਸ਼ਾਇਦ ਰਲ ਗਏ ਨੇ। ਸੋ ਇਹ ਪਹਿਲਾਂ ਦਾ ਉਸ ਟਾਈਮ ਦਾ ਉੱਤਰ ਜਿਹੜਾ ਉਹ ਆਪ ਸੀਗਾ। ਉਸ ਤੋਂ ਬਾਅਦ ਹੈ ਦਾ ਬਲਵੰਤ ਰਾਏ ਜੀ ਮਹਿਤਾ ਰਿਪੋਰਟ ਜਿਹੜੀ ਉਹ ਕਿਸ ਨਾਲ ਸੰਬੰਧਿਤ ਹੈ? ਬਲਵੰਤ ਰਾਏ ਜੀ ਮਹਿਤਾ ਰਿਪੋਰਟ ਇਜ਼ ਐਸੋਸੀਏਟਿਡ ਵਿਦ? ਇਹ ਜਿਹੜੀ ਕਿਹਦੇ ਨਾਲ ਐਸੋਸੀਏਟਿਡ ਹੈ? ਸੋ ਇਸ ਦਾ ਜਿਹੜਾ ਉੱਤਰ ਹੈ ਉਹ ਪੰਚਾਇਤ ਰਾਜ ਨਾਲ ਜਿਹੜੀ ਐਸੋਸੀਏਟਿਡ ਹੈਗੀ ਹੈ। ਵਿਚ ਕਨਸੈਪਟ ਇਜ਼ ਐਸੋਸੀਏਟਿਡ ਵਿਦ ਮਹਾਤਮਾ ਗਾਂਧੀ? ਮਹਾਤਮਾ ਗਾਂਧੀ ਦਾ ਕਨਸੈਪਟ ਜਿਹੜਾ ਹੈ ਉਹ ਕਿਸ ਦੇ ਨਾਲ ਰਿਲੇਟਿਡ ਹੈ? ਸੋ ਉਹ ਹੈ ਟਰਸਟੀਸ਼ਿਪ, ਅਮਾਨਤਦਾਰੀ। ਇਹਦੇ ਨਾਲ ਜਿਹੜਾ ਮਹਾਤਮਾ ਗਾਂਧੀ ਦਾ ਕਨਸੈਪਟ ਜਿਹੜਾ ਉਹ ਰਿਲੇਟਿਡ ਹੈ। ਸਰ ਵਟ ਇਜ਼ ਦਾ ਪੋਜੀਸ਼ਨ ਆਫ ਐਨ ਇੰਡੀਵਿਜੂਅਲ ਇਨ ਲਿਬਰਲਿਜ਼ਮ? ਕਿ ਕਿਹੜੀ ਜਿਹੜੀ ਪੋਜੀਸ਼ਨ ਹੈ ਆਫ ਐਨ ਇੰਡੀਵਿਜੂਅਲ ਇਨ ਲਿਬਰਲਿਜ਼ਮ? ਤਿੰਨ ਚੀਜ਼ਾਂ ਹੁੰਦੀਆਂ ਨੇ GL। ਉਸ ਤੋਂ ਬਾਅਦ ਹੈ ਇਹਦੇ ਵਿੱਚ ਕੁਐਸਚਨ ਹੈ ਕਿ ਉਦਾਰਵਾਦ ਵਿੱਚ ਇੱਕ ਵਿਅਕਤੀ ਵਿਸ਼ੇਸ਼ ਦੀ ਸਥਿਤੀ ਕਿਹੋ ਜਿਹੀ ਹੁੰਦੀ ਹੈ? ਸੋ ਇਹ ਰੈਸ਼ਨਲ ਸਿਟੀਜ਼ਨ, ਇੱਕ ਵਿਵੇਕਸ਼ੀਲ ਨਾਗਰਿਕ ਬਣ ਕੇ ਰਹਿਣਾ ਹੀ ਇੱਕ ਸਥਿਤੀ ਹੁੰਦੀ ਹੈ ਇੱਕ ਵਿਅਕਤੀ ਦੀ ਉਦਾਰਵਾਦ ਦੇ ਵਿੱਚ। ਸੋ ਦਾ ਕਨਸੈਪਟ ਆਫ ਕਲਾਸ ਸਟਰਗਲ ਇਜ਼ ਐਸੋਸੀਏਟਿਡ ਵਿਦ? ਕਲਾਸ ਸਟਰਗਲ ਦਾ ਜਿਹੜਾ ਕਨਸੈਪਟ ਹੈ ਉਹ ਕਿਹਦੇ ਨਾਲ ਐਸੋਸੀਏਟਿਡ ਹੈ? ਸੋ ਕਾਰਲ ਮਾਰਕਸ ਜਿਹੜੇ ਨੇ ਇਹਦੀ ਗੱਲ ਕਰਦੇ ਨੇ ਕਲਾਸ ਸਟਰਗਲ ਦੀ। ਹੂ ਫੋਕਸਡ ਔਨ ਸਾਇੰਟੀਫਿਕ ਸੋਸ਼ਲਿਜ਼ਮ? ਸਾਇੰਟੀਫਿਕ ਸੋਸ਼ਲਿਜ਼ਮ 'ਤੇ ਕਿਹਨੇ ਫੋਕਸ ਜਿਹੜਾ ਹੈ ਉਹ ਕੀਤਾ ਹੈ? ਸੋ ਉਹ ਵੀ ਕਾਰਲ ਮਾਰਕਸ ਕਰਦੇ ਨੇ। ਹੂ ਵਾਜ਼ ਕਲੋਜ਼ ਐਸੋਸੀਏਟ ਆਫ ਕਾਰਲ ਮਾਰਕਸ? ਸੋ ਉਹ ਹੈਗੇ ਨੇ F. ਐਂਜਲਸ। ਸੋ ਆਇਡੈਂਟੀਫਾਈ ਦਾ ਆਥਰ ਆਫ ਹਿੰਦ ਸਵਰਾਜ? ਹਿੰਦ ਸਵਰਾਜ ਦਾ ਜਿਹੜਾ ਉਸ ਦਾ ਜੋ ਲੇਖਕ ਸੀ ਉਹ ਕੌਣ ਸੀ? ਸੋ ਹੈਗੇ ਨੇ ਮੋਹਨਦਾਸ ਕਰਮਚੰਦ ਗਾਂਧੀ, MK ਗਾਂਧੀ। ਆਇਡੈਂਟੀਫਾਈ ਸਰਵੋਦਿਆ ਲੀਡਰ? ਕਿ ਸਰਵੋਦਿਆ ਲੀਡਰ ਇਹਨਾਂ ਵਿੱਚੋਂ ਕਿਹੜਾ ਹੈ ਉਸਦੀ ਪਛਾਣ ਕਰੋ? ਸੋ ਹੈ ਵਿਨੋਬਾ ਭਾਵੇ, ਵਿਨੋਬਾ ਭਾਵੇ। ਸੋ ਕੁਐਸਚਨ ਤੁਸੀਂ ਯਾਦ ਵੀ ਕਰ ਸਕਦੇ ਹੋ ਨਾਲ ਨਾਲ। ਮਹਾਤਮਾ ਗਾਂਧੀ ਡਿਰਾਈਵਡ ਹਿਜ਼ ਆਈਡੀਆਜ਼ ਫਰੋਮ? ਮਹਾਤਮਾ ਗਾਂਧੀ ਨੂੰ ਜਿਹੜੇ ਆਪਦੇ ਵਿਚਾਰ ਆਏ ਜਾਂ ਵਿਚਾਰ ਕਿੱਥੋਂ ਆਏ, ਕਿੱਥੋਂ ਉਹਨਾਂ ਨੇ ਆਪਦੇ ਵਿਚਾਰ ਜਿਹੜੇ ਲਿੱਤੇ ਸੀਗੇ? ਸੋ ਹੈ ਉਹ ਸਾਰਿਆਂ ਤੋਂ ਹੀ, ਥੋਰੇ ਤੋਂ ਵੀ, ਐਮਰਸਨ ਤੋਂ ਵੀ, ਟੋਲਸਟਾਏ ਤੋਂ ਵੀ। ਸੋ ਸਾਰਿਆਂ ਤੋਂ ਹੀ ਉਹਨਾਂ ਦੇ ਜਿਹੜੇ ਵਿਚਾਰ ਉਹਨਾਂ ਨੇ ਲਿੱਤੇ ਹੋਏ ਨੇ, ਮਤਲਬ ਉਹਨਾਂ ਸਭ ਨੂੰ ਹੀ ਉਹਨਾਂ ਨੇ ਪੜ੍ਹਿਆ ਹੋਇਆ ਹੈ। ਵਿਚ ਹਾਊਸ ਇਜ਼ ਕਾਲਡ ਦਾ ਅਪਰ ਹਾਊਸ ਇਨ ਦਾ ਇੰਡੀਅਨ ਪਾਰਲੀਮੈਂਟ? ਕਿ ਕਿਹੜੇ ਹਾਊਸ ਨੂੰ ਅਪਰ ਹਾਊਸ ਕਿਹਾ ਜਾਂਦਾ ਹੈ ਇੰਡੀਅਨ ਪਾਰਲੀਮੈਂਟ ਦੇ ਵਿੱਚ? ਸੋ ਰਾਜ ਸਭਾ ਜਿਹੜੀ ਹੈ ਉਹ ਅਪਰ ਹਾਊਸ ਕਿਹਾ ਜਾਂਦਾ ਉਸ ਨੂੰ। ਸੋ ਹੂ ਇਜ਼ ਦਾ ਪ੍ਰੈਜ਼ੀਡੈਂਟ ਆਫ ਇੰਡੀਆ? ਕਿ ਇੰਡੀਆ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਕੌਣ ਹੈ? ਸੋ ਉਦੋਂ ਜਿਹੜੇ ਪ੍ਰਣਬ ਮੁਖਰਜੀ ਸੀਗੇ, ਬਟ ਹੁਣ ਜਿਹੜੇ ਹੈ ਉਹ ਚੇਂਜ ਹੋ ਕੇ ਔਰ ਰਾਮਨਾਥ ਕੋਵਿੰਦ ਹੋ ਚੁੱਕੇ ਨੇ। ਸੋ ਮੈਂਸ਼ਨ ਦਾ ਫਸਟ ਪ੍ਰੈਜ਼ੀਡੈਂਟ ਆਫ ਇੰਡੀਆ? ਕਿ ਇੰਡੀਆ ਦਾ ਜਿਹੜਾ ਫਸਟ ਪ੍ਰੈਜ਼ੀਡੈਂਟ ਹੈ ਉਹ ਕੌਣ ਸੀ? ਉਹ ਹੈ ਰਾਜਿੰਦਰ ਪ੍ਰਸਾਦ ਜਿਹੜੇ ਫਸਟ ਪ੍ਰੈਜ਼ੀਡੈਂਟ ਸੀਗੇ। ਵਟ ਇਜ਼ ਦਾ ਟਰਮ ਆਫ ਦਾ ਪ੍ਰੈਜ਼ੀਡੈਂਟ ਆਫ ਇੰਡੀਆ? ਕਿ ਇੰਡੀਆ ਦੇ ਪ੍ਰੈਜ਼ੀਡੈਂਟ ਦੀ ਜਿਹੜੀ ਟਰਮ ਹੈ ਉਹ ਕਿੰਨੀ ਹੈ? ਸੋ ਉਹ ਹੈ 5 years ਦੀ। ਉਹ ਸਿੰਪਲ ਜਿਹਾ ਕੁਐਸਚਨ ਹੈ ਇਹ। ਉਸ ਤੋਂ ਬਾਅਦ ਕੁਐਸਚਨ ਨੰਬਰ 38 ਦੇਖਦੇ ਹਾਂ ਅਸੀਂ। ਵਿਚ ਆਰਟੀਕਲ ਆਫ ਦਾ ਕੌਨਸਟੀਟਿਊਸ਼ਨ ਡੀਲਸ ਵਿਦ ਦਾ ਇੰਪੀਚਮੈਂਟ ਆਫ ਦਾ ਪ੍ਰੈਜ਼ੀਡੈਂਟ ਆਫ ਇੰਡੀਆ? ਕਿ ਸੰਵਿਧਾਨ ਦਾ ਕਿਹੜਾ ਆਰਟੀਕਲ ਹੈ ਜਿਹੜਾ ਭਾਰਤ ਦੇ ਰਾਸ਼ਟਰਪਤੀ ਦੇ ਮਹਾਦੋਸ਼ ਨਾਲ ਸੰਬੰਧਿਤ ਹੈ? ਸੋ ਇਹ ਹੈ ਆਰਟੀਕਲ 61 ਜਿਹੜਾ ਹੈ ਉਹ ਰਿਲੇਟਿਡ ਹੈ ਇਸ ਨਾਲ। ਪ੍ਰੈਜ਼ੀਡੈਂਟ ਆਫ ਇੰਡੀਆ ਕੈਨ ਐਕਸਰਸਾਈਜ਼ ਐਮਰਜੈਂਸੀ ਪਾਵਰਸ ਅੰਡਰ ਵਿਚ ਆਰਟੀਕਲ ਆਫ ਦਾ ਇੰਡੀਅਨ ਕੌਨਸਟੀਟਿਊਸ਼ਨ? ਕਿ ਭਾਰਤ ਦਾ ਰਾਸ਼ਟਰਪਤੀ ਭਾਰਤੀ ਸੰਵਿਧਾਨ ਦੇ ਕਿਸ ਆਰਟੀਕਲ ਦੇ ਅਧੀਨ ਆਪਾਤਕਾਲੀਨ ਸ਼ਕਤੀਆਂ ਦਾ ਪ੍ਰਯੋਗ ਕਰ ਸਕਦਾ ਹੈ? ਸੋ ਇਸ ਕਿਸ ਆਰਟੀਕਲ ਦੇ ਅੰਡਰ ਆਉਂਦਾ? ਸੋ ਸਾਰੇ ਆਰਟੀਕਲਸ ਦੇ ਅੰਡਰ ਆਉਂਦਾ। ਆਰਟੀਕਲ 352, 360 ਔਰ 356 ਦੇ ਵਿੱਚ ਆਉਂਦਾ। ਸੋ ਇਸਦਾ ਆਨਸਰ ਜਿਹੜਾ ਆਲ ਆਫ ਦਾ ਅਬਵ ਹੈ। ਦਾ ਨੈਕਸਟ ਕੁਐਸਚਨ ਅਸੀਂ ਦੇਖਦੇ ਹਾਂ ਕਿ ਵਿਚ ਆਫ ਦਾ ਫੋਲੋਇੰਗ ਪ੍ਰਾਈਮ ਮਿਨਿਸਟਰ ਡਿਡੰਟ ਫੇਸ ਦਾ ਪਾਰਲੀਮੈਂਟ? ਕਿ ਕਿਹੜਾ ਪ੍ਰਾਈਮ ਮਿਨਿਸਟਰ ਹੈ ਜਿਸਨੇ
ਪਾਰਲੀਮੈਂਟ ਨਹੀਂ ਦੇਖੀ, ਮਤਲਬ ਪਾਰਲੀਮੈਂਟ ਕਿਹੜੇ ਪ੍ਰਧਾਨ ਮੰਤਰੀ ਨੇ ਸੰਸਦ ਦਾ ਸਾਹਮਣਾ ਨਹੀਂ ਕੀਤਾ, ਮਤਲਬ ਉਸਨੇ ਵੋਟਾਂ ਦਾ ਸਾਹਮਣਾ ਨਹੀਂ ਕੀਤਾ, ਉਹ ਵਾਲੇ ਕਿਹੜੇ ਹੈਗੇ ਨੇ। ਇਹ ਨਹੀਂ ਕਿ ਉਹ ਕਦੇ ਪਾਰਲੀਮੈਂਟ ਨਹੀਂ ਗਿਆ, ਇੱਦਾਂ ਦਾ ਕੁਐਸਚਨ ਨਹੀਂ ਹੈ। ਵਿਚ ਉਹਦਾ ਫੋਲੋਇੰਗ ਪ੍ਰਾਈਮ ਮਿਨਿਸਟਰ ਡਿਡਨਟ ਫੇਸ ਦਾ ਪਾਰਲੀਮੈਂਟ। ਸੋ ਇਹਦਾ ਜਿਹੜਾ ਉੱਤਰ ਹੈ ਉਹ ਚਰਨ ਸਿੰਘ ਜਿਹੜੇ ਨੇ ਉਹ ਨਹੀਂ ਗਏ। ਇਸ ਦਾ ਉੱਤਰ ਹੈ ਏ, ਚਰਨ ਸਿੰਘ। ਵਾਜ਼ ਅ ਡਿਪਟੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਡਿਊਰਿੰਗ 2002 ਤੋਂ ਲੈ ਕੇ 4 ਤੱਕ ਜਿਹੜੇ ਨੇ ਕੌਣ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਰਹੇ ਨੇ। ਸੋ ਇਸ ਦਾ ਉੱਤਰ ਜੋ ਹੈ ਐਲ ਕੇ ਅਡਵਾਨੀ। ਵਾਜ਼ ਅ ਗਵਰਨਰ ਆਫ ਪੰਜਾਬ। ਪੰਜਾਬ ਦਾ ਜਿਹੜਾ ਗਵਰਨਰ ਹੈ ਉਹ ਕੌਣ ਹੈ। ਸੋ ਉਹ ਹੈ ਕਪਤਾਨ ਸਿੰਘ ਸੋਲੰਕੀ। ਗਵਰਨਰ ਆਫ ਪੰਜਾਬ ਇਜ਼ ਕਪਤਾਨ ਸਿੰਘ ਸੋਲੰਕੀ। ਹੁਣ ਜਿਹੜੇ ਪੰਜਾਬ ਦੇ ਗਵਰਨਰ ਨੇ ਉਹ VP ਸਿੰਘ ਬਦਨੌਰ ਨੇ, ਸ਼ਾਇਦ ਜਿੱਥੋਂ ਤੱਕ ਮੈਨੂੰ ਲੱਗਦਾ VP ਸਿੰਘ ਬਦਨੌਰ ਨੇ। ਵਟ ਇਜ਼ ਦ ਨੰਬਰ ਆਫ ਮੈਂਬਰਸ ਆਫ ਪਾਰਲੀਮੈਂਟ ਇਨ ਦ ਲੋਕ ਸਭਾ ਫਰੋਮ ਪੰਜਾਬ। ਸੋ ਇਹ ਤਾਂ ਸਿੰਪਲ ਜਿਹਾ ਹੀ ਕੁਐਸਚਨ ਹੈ ਸਾਡੇ ਲਈ। ਸੋ 13 ਹੀ ਜਿਹੜੀਆਂ ਸੀਟਾਂ ਨੇ ਲੋਕ ਸਭਾ ਦੀਆਂ ਹੁੰਦੀਆਂ ਨੇ ਸਾਡੀ। ਵਿਚ ਹਾਊਸ ਇਜ਼ ਨੋਟ ਪ੍ਰੈਜੈਂਟ ਇਨ ਦਾ ਪੰਜਾਬ। ਕਿ ਪੰਜਾਬ ਦੇ ਵਿੱਚ ਕਿਹੜਾ ਹਾਊਸ ਜਿਹੜਾ ਉਹ ਪ੍ਰੈਜੈਂਟ ਨਹੀਂ ਹੈ। ਸੋ ਇਹ ਵਿਧਾਨ ਪਰਿਸ਼ਦ ਜਿਹੜਾ ਨਹੀਂ ਹੈ, ਕਿਉਂਕਿ ਵਿਧਾਨ ਸਭਾ ਹੈ ਪੰਜਾਬ ਦੀ, ਰਾਜ ਸਭਾ ਹੈ, ਜ਼ਿਲ੍ਹਾ ਪਰਿਸ਼ਦ ਹੈ। ਸੋ ਵਿਧਾਨ ਪਰਿਸ਼ਦ ਜਿਹੜੀ ਆ ਉਹ ਨਹੀਂ ਹੈਗੀ। ਠੀਕ ਹੈ ਜੀ। ਸੋ ਦਾ ਹਾਊ ਮੈਨੀ ਸਟੇਟਸ ਆਰ ਦੇਅਰ ਇਨ ਪੰਜਾਬ। ਕਿ ਪੰਜਾਬ ਦੇ ਸੌਰੀ ਮੈਂ ਗਲਤ ਪੜ੍ਹ ਗਿਆ। ਹਾਊ ਮੈਨੀ ਸਟੇਟਸ ਆਰ ਦੇਅਰ ਇਨ ਇੰਡੀਆ। ਕਿ ਇੰਡੀਆ ਦੇ ਵਿੱਚ ਜਿਹੜੀਆਂ ਨੇ ਉਹ ਕਿੰਨੀਆਂ ਸਟੇਟਸ ਨੇ। ਸੋ ਉਹ 29 ਸਟੇਟਸ ਨੇ, ਹੁਣ ਸਾਨੂੰ ਸਭ ਨੂੰ ਹੀ ਪਤਾ ਹੈ। ਔਰ ਹੁਣ ਵੀ 29 ਹੀ ਸਟੇਟਸ ਜਿਹੜੀਆਂ ਨੇ ਹੈਗੀਆਂ ਨੇ। ਆਰਟੀਕਲ 5 ਤੋਂ 11 ਅੰਡਰ ਪਾਰਟ 2 ਇਨ ਦਾ ਕੌਨਸਟੀਟਿਊਸ਼ਨ ਡੀਲ ਵਿਦ। ਕਿਉਂਕਿ ਇਹਦੇ ਨਾਲ ਡੀਲ ਕਰਦੇ ਨੇ ਜਿਹੜੇ ਆਰਟੀਕਲ 5 ਤੋਂ ਲੈ ਕੇ 11 ਤੱਕ ਨੇ ਪਾਰਟ 2 ਦੇ ਵਿੱਚ। ਸੋ ਇਸ ਦਾ ਉੱਤਰ ਹੈ ਸਿਟੀਜ਼ਨਸ਼ਿਪ ਦੇ ਉੱਪਰ ਹੈ, ਨਾਗਰਿਕਤਾ ਨਾਲ ਹੈ। ਇਨ 2003 ਵਿਚ ਕਲੌਜ਼ ਇਨ ਦਾ ਇੰਡੀਅਨ ਕੌਨਸਟੀਟਿਊਸ਼ਨ ਵਾਜ਼ ਇੰਟਰੋਡਿਊਸਡ। ਕਿ ਇਨ 2003 ਦੇ ਵਿੱਚ ਭਾਰਤੀ ਸੰਵਿਧਾਨ ਵਿੱਚ ਕਿਹੜੀ ਸ਼ਰਤ ਜਿਹੜੀ ਹੈ ਉਹ ਲਿਆਂਦੀ ਗਈ ਸੀ। ਸੋ ਇਹ ਓਵਰਸੀਜ਼ ਸਿਟੀਜ਼ਨਸ ਆਫ ਇੰਡੀਆ। ਕਿ ਭਾਰਤ ਦੇ ਵਿਦੇਸ਼ੀ ਨਾਗਰਿਕਾਂ ਦੇ ਲਈ ਇੱਕ ਨਵੀਂ ਸ਼ਰਤ ਜਿਹੜੀ ਉਹ ਲਿਆਂਦੀ ਗਈ ਸੀਗੀ। ਐਂਡ ਦਾ ਨੈਕਸਟ ਕੁਐਸਚਨ ਕਿ ਆਈਡੈਂਟੀਫਾਈ ਦਾ ਪਰਸਨ ਰਿਸਪੋਂਸੀਬਲ ਫੋਰ ਦਾ ਨੋਨ ਅਲਾਈਨਮੈਂਟ ਮੂਵਮੈਂਟ। ਕਿ ਨੋਨ ਅਲਾਈਨਮੈਂਟ ਮੂਵਮੈਂਟ ਦੇ ਲਈ, ਅਸਹਿਯੋਗ ਅੰਦੋਲਨ ਲਈ ਜ਼ਿੰਮੇਵਾਰ ਵਿਅਕਤੀ ਕੌਣ ਸੀ, ਉਹ ਦੱਸੋ ਇਹਨਾਂ ਦੇ ਵਿੱਚੋਂ। ਸੋ ਉਸਦਾ ਉੱਤਰ ਜਿਹੜਾ ਹੈ ਸਾਰੇ ਹੀ ਜਿਹੜੇ ਸੀਗੇ ਉਹ ਨੋਨ ਅਲਾਈਨਮੈਂਟ ਮੂਵਮੈਂਟ ਦੇ ਲਈ ਰਿਸਪੋਂਸੀਬਲ ਸੀਗੇ। ਜੋਸਫ ਟੀਟੋ ਵੀ, ਏ ਨਸਰ ਵੀ, ਜਵਾਹਰ ਲਾਲ ਨਹਿਰੂ ਵੀ। ਦ ਆਈਡੀਆ ਆਫ ਪੰਚਸ਼ੀਲ ਓਰੀਜੀਨੇਟਡ ਫਰੋਮ। ਕਿ ਜਿਹੜਾ ਪੰਚਸ਼ੀਲ ਦਾ ਵਿਚਾਰ ਜਿਹੜਾ ਸੀਗਾ ਉਹ ਕਿੱਥੋਂ ਉਤਪੰਨ ਹੋਇਆ ਸੀਗਾ। ਸੋ ਇਹ ਇੰਡੀਆ ਤੋਂ। ਸਰ ਵਿਦ ਹੋਮ ਡਿਡ ਜਵਾਹਰ ਲਾਲ ਨਹਿਰੂ ਸਾਈਨ ਦਾ ਟ੍ਰਿਟੀ ਇਨ 1954 ਔਨ ਦਾ ਬੇਸਿਸ ਆਫ ਪੰਚਸ਼ੀਲ। ਕਿ ਪੰਚਸ਼ੀਲ ਦੇ ਆਧਾਰ 'ਤੇ ਜਵਾਹਰ ਲਾਲ ਨਹਿਰੂ ਨੇ 1954 ਵਿੱਚ ਕਿਸ ਨਾਲ ਸੰਧੀ ਜਿਹੜੀ ਹੈ ਹਸਤਾਖਰ ਕੀਤੀ ਸੀ। ਸੋ ਉਹ ਹੈ ਚਾਓ ਇਨ ਲਈ। ਕਿ ਜਿਹੜਾ ਚਾਓ ਇਨ ਲਈ ਜਿਹੜਾ ਹੈ ਉਹਦੇ ਤੋਂ ਇਹਨਾਂ ਨੇ ਜਿਹੜੀ ਹੈ ਸ਼ੁਰੂਆਤ ਕੀਤੀ ਸੀ। ਸੋ ਅਦਰ ਦਾ ਨੋਨ ਅਲਾਈਨਮੈਂਟ ਮੂਵਮੈਂਟ ਸਟੂਡ ਫੋਰ। ਕਿ ਜਿਹੜੀ ਨੋਨ ਅਲਾਈਨਮੈਂਟ ਮੂਵਮੈਂਟ ਹੈ ਉਹ ਕਿਹਦੇ ਲਈ ਜਿਹੜੀ ਸਟੂਡ ਕਰਦੀ ਹੈ। ਸੋ ਇਹ ਸਾਰਿਆਂ ਦੇ ਲਈ ਹੈ ਪੀਸਫੁਲ ਕੋਐਗਜ਼ਿਸਟੈਂਸ, ਐਂਟੀ ਕਲੋਨਲਿਜ਼ਮ ਐਂਡ ਡਿਸਆਰਮਨਾਮੈਂਟ। ਸੋ ਆਲ ਆਫ ਦਾ ਅਬਵ ਹੀ ਹੈ ਜਿਹੜਾ ਇਹਦਾ ਸਾਰਿਆਂ ਦਾ ਸਾਰਾ ਆਨਸਰ। ਉਸ ਤੋਂ ਬਾਅਦ ਹੈ ਸਿਟੀਜ਼ਨਸ਼ਿਪ ਮੀਨਸ। ਸਿਟੀਜ਼ਨਸ਼ਿਪ ਦਾ ਕੀ ਜਿਹੜਾ ਮਤਲਬ ਹੈ। ਉੱਥੇ 4 ਆਪਸ਼ਨ ਨੇ ਕਿ ਸੋਸ਼ਲ ਰਿਕੋਗਨਾਈਜੇਸ਼ਨ ਆਫ ਮੈਂਬਰਸ ਆਫ ਦਾ ਸੋਸਾਇਟੀ, ਜਾਂ ਲੀਗਲ ਰਿਕੋਗਨਾਈਜੇਸ਼ਨ ਆਫ ਦਾ ਪਰਸਨ ਐਜ਼ ਅ ਸਿਟੀਜ਼ਨ, ਜਾਂ ਮੈਂਬਰਸ਼ਿਪ ਆਫ ਦਾ ਸਟੇਟਸ, ਜਾਂ ਬੋਥ B and C। ਸੋ ਇਹਦਾ ਜਿਹੜਾ ਉੱਤਰ ਹੈ ਉਹ ਹੈ ਬੋਥ B and C। ਕਿ ਇੱਕ ਤਾਂ ਵਿਅਕਤੀ ਦੀ ਨਾਗਰਿਕ ਦੇ ਤੌਰ 'ਤੇ ਕਾਨੂੰਨੀ ਸ਼ਨਾਖਤ ਹੋਣੀ ਚਾਹੀਦੀ ਹੈ, ਦੂਸਰੀ ਰਾਜ ਦੀ ਸਦੱਸਤਾ ਹੋਣੀ ਚਾਹੀਦੀ ਹੈ। ਸੋ ਅਸੀਂ ਹੁਣ ਕਹਿੰਦੇ ਕਿ ਸਿਟੀਜ਼ਨਸ਼ਿਪ ਹੈਗੀ ਹੈ। ਸੋ ਇਹਦਾ ਉੱਤਰ ਜਿਹੜਾ B ਅਤੇ C ਦੋਵੇਂ ਹੈ। ਉਹ ਇਜ਼ ਅ ਚੇਅਰਪਰਸਨ ਆਫ ਦਾ ਰਾਜ ਸਭਾ। ਇਹ ਚੇਂਜ ਹੁੰਦੇ ਰਹਿੰਦੇ ਨੇ। ਸੋ ਉਦੋਂ ਦਾ ਜਿਹੜਾ ਆਪਰੇਸ਼ਨ ਹੈ, ਸੋ ਉਦੋਂ ਜਿਹੜਾ ਇਹਦਾ ਉੱਤਰ ਸੀਗਾ ਉਹ ਇੱਥੇ ਲਿਖਿਆ ਕਿ ਹੂ ਇਜ਼ ਰਾਜ ਸਭਾ ਦਾ ਪ੍ਰਧਾਨ ਜਿਹੜਾ ਕੌਣ ਹੁੰਦਾ। ਸੋ ਇਹ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ। ਜਿੱਥੇ ਵੀ ਇਹਨਾਂ ਦੇ ਵਿੱਚ ਨੇਮਸ ਜਿਹੜੇ ਪੁੱਛੇ ਜਾਂਦੇ ਨੇ ਪ੍ਰੈਜ਼ੀਡੈਂਟ ਦੇ, ਵਾਈਸ ਪ੍ਰੈਜ਼ੀਡੈਂਟ ਦੇ, ਉਹ ਸਭ ਚੇਂਜ ਹੁੰਦੇ ਰਹਿੰਦੇ ਨੇ। ਸੋ ਅਗਰ ਤੁਸੀਂ ਇਸ ਨੂੰ ਨਾ ਹੀ ਦੇਖੋ ਜ਼ਿਆਦਾ ਇਹ ਬੈਟਰ ਰਹੇਗਾ। ਪੁਰਾਣੇ ਆਨਸਰਸ ਨੂੰ ਨਵੇਂ ਹੀ ਯਾਦ ਕਰੋ। ਨੇਮ ਦਾ ਫਸਟ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ। ਜਿਹੜਾ ਇਹਨਾਂ ਨੇ ਫਸਟ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਪੁੱਛਿਆ ਹੈ। ਸੋ ਫਸਟ ਪ੍ਰੈਜ਼ੀਡੈਂਟ ਜਿਹੜਾ ਸੀਗਾ ਉਹ S ਰਾਧਾ ਕ੍ਰਿਸ਼ਨਨ ਹੈਗੇ ਨੇ। ਪਹਿਲੇ ਉਪ ਰਾਸ਼ਟਰਪਤੀ ਦਾ ਨਾਮ ਜਿਹੜਾ ਇਹਨਾਂ ਨੇ ਪੁੱਛਿਆ ਹੈ। ਸੋ ਨੈਕਸਟ ਕੁਐਸਚਨ ਅਸੀਂ ਦੇਖਦੇ ਹਾਂ। ਨੈਕਸਟ ਕੁਐਸਚਨ ਹੈ ਕਿ ਵਟ ਇਜ਼ ਦਾ ਫੋਰਮ ਆਫ ਗਵਰਨਮੈਂਟ ਇਨ ਇੰਡੀਆ। ਕਿ ਜਿਹੜੀ ਇੰਡੀਆ ਦੇ ਵਿੱਚ ਜਿਹੜੀ ਸਰਕਾਰ ਹੈ ਉਹਦਾ ਕਿਹੋ ਜਿਹਾ ਰੂਪ ਜਿਹੜਾ ਹੈਗਾ। ਸੋ ਕਿਹੋ ਜਿਹਾ ਰੂਪ ਪਾਰਲੀਮੈਂਟਰੀ ਹੈ, ਵੋਟਾਂ ਪੈਂਦੀਆਂ ਨੇ। ਠੀਕ ਹੈ ਨਾ ਜੀ। ਸੋ ਵਿਚ ਆਰਟੀਕਲ ਡੀਲਸ ਵਿਦ ਐਸਟੈਬਲਿਸ਼ਮੈਂਟ ਐਂਡ ਕੌਨਸਟੀਟਿਊਸ਼ਨ ਆਫ ਸੁਪਰੀਮ ਕੋਰਟ ਇਨ ਇੰਡੀਆ। ਸੋ ਆਰਟੀਕਲ 124 ਜਿਹੜਾ ਇਹਦਾ ਆਨਸਰ ਹੈ। ਕਿ ਭਾਰਤ ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ ਅਤੇ ਸੰਗਠਨ ਨਾਲ ਕਿਹੜਾ ਆਰਟੀਕਲ ਜਿਹੜਾ ਸੰਬੰਧਿਤ ਉਹ ਆਰਟੀਕਲ 124 ਸੀਗਾ। ਨੈਕਸਟ ਕੁਐਸਚਨ ਹੈ ਕਿ ਵੇਅਰ ਇਜ਼ ਦਾ ਸੀਟ ਆਫ ਇੰਡੀਅਨ ਸੁਪਰੀਮ ਕੋਰਟ ਸਿਚੁਏਟਿਡ।
ਕਿ ਭਾਰਤੀ ਸਰਵਉੱਚ ਜਿਹੜੀ ਅਦਾਲਤ ਜਿਹੜੀ ਆ ਉਹ ਕਿੱਥੇ ਸਥਿਤ ਹੈਗੀ ਹੈ। ਸਾਨੂੰ ਸਭ ਨੂੰ ਹੀ ਪਤਾ ਹੈ ਕਿ ਸੁਪਰੀਮ ਕੋਰਟ ਹੀ ਅਸੀਂ ਕਹਿੰਦੇ ਹਾਂ ਉਸ ਨੂੰ, ਸੋ ਦਿੱਲੀ ਦੇ ਵਿੱਚ ਹੀ ਹੈਗੀ ਹੈ। ਐਂਡ ਦ ਨੈਕਸਟ ਕੁਐਸਚਨ ਜਿਹੜਾ ਹੈ ਉਹ ਹੈ ਹੂ ਵਾਜ਼ ਨਾਟ ਦਾ ਚੀਫ ਜਸਟਿਸ ਆਫ ਸੁਪਰੀਮ ਕੋਰਟ ਆਫ ਇੰਡੀਆ, ਕਿ ਭਾਰਤ ਦੀ ਸਰਵਉੱਚ ਅਦਾਲਤ ਦਾ ਜਿਹੜਾ ਚੀਫ ਜਸਟਿਸ ਜਿਹੜਾ ਨਹੀਂ ਹੈਗਾ ਜਾਂ ਜਿਹੜਾ ਨਹੀਂ ਰਹਿ ਚੁੱਕਿਆ ਹੈਗਾ ਉਸ ਦਾ ਜਿਹੜਾ ਅਸੀਂ ਨਾਮ ਦੱਸਣਾ। ਸੋ ਹੈਗੇ ਨੇ MC ਸਟੈਲਵਰਡ ਕਹਿ ਲਓ, AN ਰੇ, MH ਬੇਗ, PN ਭਾਗਵਤੀ, ਇਹ ਸਾਰੇ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਜਿਹੜੇ ਰਹਿ ਚੁੱਕੇ ਚੀਫ ਜਸਟਿਸ। ਸੋ ਲੈਜਿਸਲੇਟਿਵ ਕਾਊਂਸਿਲ ਵਾਜ਼ ਐਬੋਲਿਸ਼ਡ ਇਨ ਪੰਜਾਬ ਵਿਦ ਇਫੈਕਟ ਫਰੋਮ, ਕਿ ਪੰਜਾਬ 'ਚ ਵਿਧਾਨ ਕੌਂਸਲ ਇਸ ਤੋਂ ਬਾਅਦ ਖਤਮ ਹੋ ਗਈ ਸੀ। ਕਿਸ ਤੋਂ ਬਾਅਦ ਖਤਮ ਹੋਈ ਸੀ? ਸੋ ਉਹ ਹੈ 7 ਜਨਵਰੀ 1970 ਨੂੰ। ਵਟ ਇਜ਼ ਦਾ ਮੈਂਬਰ ਆਫ ਸੀਟ ਇਨ ਪੰਜਾਬ ਲੈਜਿਸਲੇਟਿਵ ਅਸੈਂਬਲੀ, ਕਿ ਕਿੰਨੀਆਂ ਸੀਟਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ? ਉਹ 117 ਨੇ, ਅਤੇ ਲੋਕ ਸਭਾ ਦੀਆਂ ਜਿਹੜੀਆਂ ਨੇ ਉਹ 13 ਹੁੰਦੀਆਂ ਨੇ। ਉਹ ਵੈਲਕਮ ਜੁਡੀਸ਼ੀਅਲ ਐਕਟਿਵਿਜ਼ਮ ਇਨ ਇੰਡੀਆ, ਕਿ ਕਿਹਨਾਂ ਨੇ ਜਿਹੜਾ ਹੈ ਜੁਡੀਸ਼ੀਅਲ ਐਕਟਿਵਿਜ਼ਮ ਨੂੰ ਜਿਹੜਾ ਵੈਲਕਮ ਕੀਤਾ ਸੀਗਾ? ਸੋ ਇਸ ਦਾ ਜਿਹੜਾ ਉੱਤਰ ਹੈ ਉਹ ਹੈ ਬੋਥ B and C, ਲੋਅਰਸ ਨੇ ਔਰ ਪਬਲਿਕ, ਮਤਲਬ ਵਕੀਲ ਅਤੇ ਪਬਲਿਕ, ਇਹਨਾਂ ਸਾਰਿਆਂ ਨੇ ਹੀ ਵੈਲਕਮ ਕੀਤਾ ਸੀ। ਵਿਚ ਅਮੈਂਡਮੈਂਟ ਐਕਟ ਇਨ 1976 ਇਨਕੋਰਪੋਰੇਟਡ ਫੰਡਾਮੈਂਟਲ ਡਿਊਟੀਜ਼ ਇਨ ਇੰਡੀਅਨ ਕੌਨਸਟੀਟਿਊਸ਼ਨ, ਕਿ ਭਾਰਤੀ ਸੰਵਿਧਾਨ 'ਚ 1976 ਵਿੱਚ ਕਿਹੜੀ ਸੋਧ ਐਕਟ ਨੇ ਬੁਨਿਆਦੀ ਫਰਜ਼ਾਂ ਨੂੰ ਸ਼ਾਮਲ ਕੀਤਾ ਸੀ? ਸੋ ਇਸ ਦਾ ਉੱਤਰ ਜਿਹੜਾ ਹੈ A, 42nd ਅਮੈਂਡਮੈਂਟ ਜਿਹੜੀ ਸੀਗੀ ਐਕਟ 1976 'ਚ ਆਇਆ ਸੀ, ਉਸਨੇ ਫੰਡਾਮੈਂਟਲ ਡਿਊਟੀਜ਼ ਨੂੰ ਜਿਹੜਾ ਕੀਤਾ ਸੀਗਾ ਸ਼ਾਮਲ। ਦ UNO ਕੇਮ ਇਨਟੂ ਐਗਜ਼ਿਸਟੈਂਸ ਓਨ, ਕਿ UN ਕਦੋਂ ਐਗਜ਼ਿਸਟੈਂਸ 'ਚ ਆਇਆ? ਇਸ ਦਾ ਜੋ ਉੱਤਰ ਹੈ ਉਹ ਹੈ 24 ਅਕਤੂਬਰ 1945। ਨੇਮ ਦਾ ਫਸਟ ਸੈਕਰਟਰੀ ਜਨਰਲ ਆਫ ਦਾ UNO, ਕਿ ਫਸਟ ਜਨਰਲ ਸੈਕਰਟਰੀ ਜਿਹੜਾ ਹੈ ਉਸਦਾ ਨੇਮ ਜਿਹੜਾ ਅਸੀਂ ਦੱਸਣਾ ਹੈ। ਸੋ ਹੈ A, ਟ੍ਰਾਈਗਵਲੀ। ਸੋ ਦਾ ਹੈਡਕੁਆਟਰਸ ਆਫ ਦਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਉਹ ਕਿੱਥੇ ਹੈਗਾ ਹੈ? ਸੋ ਉਸਦਾ ਜਿਹੜਾ ਉੱਤਰ ਹੈ ਦਾ ਹੇਗ ਦੇ ਵਿੱਚ ਹੈ। ਦਾ ਹੈਡਕੁਆਟਰਸ ਆਫ ਯੂਨੈਸਕੋ ਦੇ ਜਿਹੜੇ ਹੈਡਕੁਆਟਰਸ ਨੇ ਉਹ ਕਿੱਥੇ ਨੇ? ਸੋ ਹੈ ਪੈਰਿਸ ਦੇ ਵਿੱਚ ਹੈ। ਵਿਚ ਕੰਟਰੀ ਇਜ਼ ਨਾਟ ਦਾ ਪਰਮਾਨੈਂਟ ਮੈਂਬਰ, ਕੁਐਸਚਨ ਦੁਆਰਾ ਪੜ੍ਹਦੇ, ਵਿਚ ਕੰਟਰੀ ਇਜ਼ ਨਾਟ ਦਾ ਪਰਮਾਨੈਂਟ ਮੈਂਬਰ ਆਫ ਦਾ ਸਿਕਿਉਰਿਟੀ ਕਾਊਂਸਿਲ ਆਫ ਦਾ UNO, ਕਿ ਕਿਹੜੀ ਜਿਹੜੀ ਕੰਟਰੀ ਉਹ ਨਾਟ ਦਾ ਪਰਮਾਨੈਂਟ ਮੈਂਬਰ ਹੈਗੀ ਹੈ UNO ਦੀ? ਸੋ ਇਸ ਦਾ ਜੋ ਉੱਤਰ ਹੈ C, ਉਹ ਹੈ ਕੈਨੇਡਾ। ਵੈਨ ਡਿਡ ਦਾ ਕਮਿਊਨਿਸਟ ਚਾਈਨਾ ਗੈਟ ਵੈਟੋ ਪਾਵਰ ਇਨ ਦਾ UNO, ਕਿ ਸਾਮਵਾਦੀ ਚੀਨ ਨੂੰ UNO ਵਿੱਚ ਵੈਟੋ ਪਾਵਰ ਜਿਹੜੀ ਹੈ ਕਦੋਂ ਮਿਲੀ ਸੀ? ਸੋ ਇਸ ਦਾ ਉੱਤਰ ਹੈ 1971 'ਚ ਮਿਲੀ ਸੀ। ਹੂ ਇਜ਼ ਦਾ ਸੈਕਰਟਰੀ ਜਨਰਲ ਆਫ ਦਾ UNO, ਕਿ ਜਨਰਲ ਸੈਕਰਟਰੀ ਜਿਹੜਾ ਹੈ UNO ਦਾ ਉਹ ਕੌਣ ਹੈ? ਸੋ ਹੈ ਬਨ ਕੀ ਮੂਨ। ਵਿਚ ਆਰ ਦਾ ਮੋਡਲਸ ਆਫ ਫੈਡਰਲਿਜ਼ਮ ਇਨ ਇੰਡੀਆ, ਇਹਦਾ ਉੱਤਰ ਜਿਹੜਾ ਹੈ ਉਹ ਹੈ ਕੋਆਪਰੇਟਿਵ ਫੈਡਰਲਿਜ਼ਮ ਸਭ ਤੋਂ ਪਹਿਲਾਂ ਜਿਹੜਾ ਦਿਮਾਗ 'ਚ ਆਉਂਦਾ ਸਾਡੇ। ਉਸ ਤੋਂ ਬਾਅਦ ਹੈ ਯੂਨੀਟੇਰੀਅਨ ਫੈਡਰਲਿਜ਼ਮ, ਉਸ ਤੋਂ ਬਾਅਦ ਹੈ ਬਾਰਗੇਨਿੰਗ ਫੈਡਰਲਿਜ਼ਮ, ਕਿ ਇਹਦੇ ਮਾਡਲ ਕਿਹੜੇ ਹੈਗੇ ਨੇ? ਸਭ ਤੋਂ ਪਹਿਲੀ ਜਿਹੜੀ ਚੀਜ਼ ਯਾਦ ਹੋਣੀ ਚਾਹੀਦੀ ਕੋਆਪਰੇਟਿਵ ਫੈਡਰਲਿਜ਼ਮ, ਇਹ ਬਹੁਤ ਜਿਹੜੀ ਹੈ ਮਸ਼ਹੂਰ ਹੈ, ਜਿਹੜੀ ਸਭ ਤੋਂ ਫੇਮਸ ਮਾਡਲ 'ਚ ਮੰਨੀ ਜਾਂਦੀ ਹੈ। ਸੋ ਇਹਦੇ ਤਿੰਨੋਂ ਹੀ ਆਨਸਰ ਨੇ, ਆਲ ਆਫ ਦਾ ਅਬਵ ਅਸੀਂ ਕਹਿ ਸਕਦੇ ਹਾਂ, ਆਨਸਰ ਜਿਹੜਾ D ਹੈ ਇਸਦਾ। ਉਸ ਤੋਂ ਬਾਅਦ ਨੈਕਸਟ ਹੈ ਦਾ ਸਰਕਾਰੀਆ ਕਮਿਸ਼ਨ ਇਜ਼ ਨੋਨ ਫੋਰ, ਜਿਹੜਾ ਸਰਕਾਰੀਆ ਕਮਿਸ਼ਨ ਸੀ ਉਹ ਕਿਸ ਦੇ ਲਈ ਨੋਨ ਜਿਹੜਾ ਉਹ ਹੈ? ਸੋ ਇਹ ਸੈਂਟਰ ਸਟੇਟ ਰਿਲੇਸ਼ਨਸ ਦੇ ਲਈ ਹੁੰਦਾ ਕਿ ਸਰਕਾਰੀਆ ਕਮਿਸ਼ਨ ਜਿਹੜਾ ਆਇਆ ਹੈ ਕੇਂਦਰ ਅਤੇ ਰਾਜ ਦੇ ਸੰਬੰਧਾਂ ਦੇ ਲਈ ਹੈ। ਵੈਨ ਵਾਜ਼ ਦਾ ਇਲੈਕਸ਼ਨ ਕਮਿਸ਼ਨ ਐਸਟੈਬਲਿਸ਼ਡ ਇਨ ਇੰਡੀਆ, ਕਿ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉਹ ਇੰਡੀਆ ਦੇ ਵਿੱਚ ਕਦੋਂ ਜਿਹੜਾ ਆਇਆ? ਸੋ ਇਹ 25 ਜਨਵਰੀ 1950 ਨੂੰ ਹੀ ਇਲੈਕਸ਼ਨ ਕਮਿਸ਼ਨ ਜਿਹੜਾ ਐਸਟੈਬਲਿਸ਼ ਹੋ ਗਿਆ ਸੀਗਾ ਇੰਡੀਆ ਦੇ ਵਿੱਚ। ਉਸ ਤੋਂ ਬਾਅਦ ਵੈਨ ਡਿਡ ਦਾ ਇਲੈਕਸ਼ਨ ਕਮਿਸ਼ਨ ਇਨ ਇੰਡੀਆ ਬਿਕਮਜ਼ ਮਲਟੀ ਮੈਂਬਰ ਬੋਡੀ, ਕਿ ਮਲਟੀ ਮੈਂਬਰ ਬੋਡੀ ਬਹੁ ਸਦੱਸੀ ਸੰਸਥਾ ਕਦੋਂ ਬਣ ਗਈ ਸੀਗੀ? ਸੋ ਇਸ ਦਾ ਉੱਤਰ ਹੈ A, 1 ਅਕਤੂਬਰ 1993 ਨੂੰ। ਆਈਡੈਂਟੀਫਾਈ ਫਾਰਮਰ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ, ਸੋ ਇਸ ਦਾ ਉੱਤਰ MS ਗਿੱਲ ਜਿਹੜੇ ਹੈਗੇ ਨੇ ਉਹ ਹੈਗੇ ਨੇ। ਇੱਥੇ ਵੈਸੇ MS ਗਿੱਲ ਹੈ, MM ਗਿੱਲ ਪੰਜਾਬੀ 'ਚ ਗਲਤ ਹੈ, MM ਗਿੱਲ MS ਗਿੱਲ ਹੈ। ਵਟ ਡੂ ਨੋਟਾ ਸਟੈਂਡਸ ਫੋਰ? ਨੋਟਾ ਹੁੰਦਾ ਨਨ ਆਫ ਦਾ ਅਬਵ, ਸਾਨੂੰ ਸਭ ਨੂੰ ਪਤਾ। ਸੋ ਇਸ ਦਾ ਉੱਤਰ ਹੈ A। ਸੋ ਇਹ ਸੀ 75 ਦੇ 75 ਕੁਐਸਚਨ ਮਾਸਟਰ ਕੈਡਰ ਜਿਹੜੇ ਸਿਵਿਕਸ ਨੂੰ ਲੈ ਕੇ, ਪੋਲੀਟੀਕਲ ਸਾਇੰਸ ਨੂੰ ਲੈ ਕੇ। ਜੇਕਰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ, ਲਾਈਕ ਕਰੋ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਨੈਕਸਟ ਵੀਡੀਓ ਦੇ ਵਿੱਚ ਅਸੀਂ ਲੈ ਕੇ ਆਵਾਂਗੇ ਮਾਸਟਰ ਕੈਡਰ ਦੇ ਜਿਹੜਾ ਹਿਸਟਰੀ ਦਾ ਪੇਪਰ ਜਿਹੜਾ ਸੋਲਵ ਕਰਕੇ ਲੈ ਕੇ ਆਵਾਂਗੇ। ਸੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮੱਚ, ਵੀਡੀਓ ਨੂੰ ਦੇਖਣ ਲਈ ਧੰਨਵਾਦ। ਥੈਂਕ ਯੂ ਵੈਰੀ ਮੱਚ, ਥੈਂਕਸ ਫॉर ਵਾचिंग।